हेलो स्टूडेंट्स, अज असी अध्याय 5 तत्तां दा आवर्ती वर्गीकरण बारे चर्चा करांगे। प्यारे विद्यार्थियों, 9वीं जमात विच असी अपने आले दुआले मौजूद सारे पदार्थां की जानकारी लई सी। असी ये पढ़िया सी कि साडे आले दुआले लखां ही किस्म के पदार्थ हैं, परंतु वो जो पदार्थ हैं उन्हां विचों लगभग 120, तो जेकर तुहाडी किताब के अनुसार देखना है तो 116 कुल तत्त हैं ਅਤੇ ਇਹ तत्त आपस ਵਿੱਚ ਕਿਰਿਆ ਕਰਕੇ ਨਵੇਂ ਪਦਾਰਥ ਜਦੋਂ ਬਣਾਉਂਦੇ ਹਨ ਜਿਨ੍ਹਾਂ ਨੂੰ ਅਸੀਂ ਯੌਗਿਕ ਕਹਿੰਦੇ ਹਨ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਦੋਂ ਤੱਤ ਅਤੇ ਯੌਗਿਕ ਆਪਸ ਦੇ ਵਿੱਚ ਮਿਲਦੇ ਹਨ ਤਾਂ ਉਹਨਾਂ ਨੂੰ ਅਸੀਂ ਮਿਸ਼ਰਣ ਦੇ ਨਾਮ ਨਾਲ ਜਾਣਦੇ ਹਾਂ। ਇਹਨਾਂ ਵਿੱਚ ਤੱਤ ਅਤੇ ਯੌਗਿਕ ਦੀ ਮਾਤਰਾ ਜਿਹੜੀ ਹੈ ਉਹ ਅਲੱਗ-ਅਲੱਗ ਹੁੰਦੀ ਹੈ। प्यारे विद्यार्थियों, जेकर असी अपने इर्द गिर्द इन्नी वड्डी गिणती दे विच जो पदार्थ मौजूद हैं, जेकर उन्हां दा अध्ययन करना है तो सब तो पहला सानू इन्हां तत्तां बारे पूर्ण रूप विच जानकारी लैनी पवेगी, इन्हां दा अध्ययन करना पवेगा। सो इस पाठ विच असी तत्तां दा वर्गीकरण ਅਤੇ ਉਸ ਵਰਗੀਕਰਨ ਦੇ ਲਈ ਜੋ ਅਸੀਂ ਸਾਰਣੀ ਬਣਾਈ ਹੈ, ਜਿਸ ਨੂੰ ਅਸੀਂ ਆਵਰਤੀ ਵਰਗੀਕਰਨ ਕਹਿੰਦੇ ਹਾਂ, ਉਸ ਬਾਰੇ ਜਾਣਕਾਰੀ ਲਵਾਂਗੇ। ਸੋ ਪਿਆਰੇ ਵਿਦਿਆਰਥੀਓ, ਸਾਡੇ ਇਰਦ ਗਿਰਦ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਕੁੱਲ 116 ਤੱਤ ਹਨ ਜਿਨ੍ਹਾਂ ਦਾ ਸਾਨੂੰ ਪਤਾ ਹੈ। ਇਹ ਤੱਤ ਆਪਸ ਵਿੱਚ ਰਸਾਇਣਿਕ ਕਿਰਿਆਵਾਂ ਕਰਦੇ ਹਨ ਅਤੇ ਹੋਰ ਨਵੇਂ ਪਦਾਰਥ ਜਿਨ੍ਹਾਂ ਨੂੰ ਅਸੀਂ ਯੌਗਿਕ ਕਹਿੰਦੇ ਹਾਂ ਉਹ ਬਣਾ ਦਿੰਦੇ ਹਨ। ਇਹਨਾਂ ਤੱਤਾਂ ਦਾ ਜਦੋਂ ਅਸੀਂ ਵਰਗੀਕਰਨ ਕਰਨਾ ਹੈ ਉਹ ਕਿਸ ਪ੍ਰਕਾਰ ਕਰਨਾ ਹੈ, वर्गीकरण की लोड़ सानू क्यों पई, वर्गीकरण किवें करना है, इन्हां सारे सवालों का उत्तर लभण लई आओ सब तो पहला विचार करते हैं कि जो वर्गीकरण है वो असी वो करते क्यों हाँ, जब वर्गीकरण सब तो पहला तो यह है भी वर्गीकरण कहते किस नूं हन, इसकी लोड़ सानू क्यों महसूस होती है। 9वीं जमात विच भी असी जदों सारे सजीवां दा वर्गीकरण कीता सी उस वेले भी असी ये गल समझी सी। सो आओ सब तो पहला ही जानने की कोशिश करते हैं कि वर्गीकरण तो भाव की है। सो प्यारे विद्यार्थियों, इस वर्गीकरण दे अर्थ नूं समझण लई आओ सब तो पहला अपने घर विच ही ਵੱਖ-ਵੱਖ कमरियां ते विचार करते हैं। जिवें तुसीं जाणदे हो साडे घर विच अलग-अलग कमरे हुंदे हन जिन्हां दा नाम असीं उस दी वरतों दे आधार ते रख लिया हुंदा है। उदाहरण के तौर ते वो कमरा जिथे असी भोजन अते होर चीज़ां खाण पीण दीयां तैयार करते हाँ उसनूं असी रसोई का नाम दिता है। वो कमरा जिस कमरे विच असी नहाना धोना का काम करते हाँ उसनूं वाशरूम का नाम दे दिता है। वो कमरा जिस विच असी मेहमानां ਨੂੰ ਬਿਠਾਉਂਦੇ ਹਾਂ उसनूं असी ड्राइंग रूम का नाम दिता है। ਅਤੇ इसे प्रकार जिस तरह जिस कमरे विच असी सौंदे हाँ तो उसनूं बैडरूम का नाम दे दिता गया है।
ਹੁਣ ਕਲਪਨਾ ਕਰੋ ਜੇਕਰ ਇਹਨਾਂ ਸਾਰੇ ਕੰਮਾਂ ਨੂੰ ਆਪਾਂ ਇੱਕ ਦੂਜੇ ਵਿੱਚ ਮਿਕਸ ਕਰ ਦਿੰਦੇ, ਜਾਂ ਇੰਜ ਕਹਿ ਲਓ ਵੀ ਕਿਸੇ ਖਾਸ ਕੰਮ ਨੂੰ ਕਰਨ ਲਈ ਕੋਈ ਕੁਝ ਖਾਸ ਕਮਰੇ ਨਿਰਧਾਰਿਤ ਨਾ ਕਰਦੇ ਤਾਂ ਸਾਡੇ ਕੰਮ ਆਸਾਨ ਹੋਣੇ ਸਨ ਜਾਂ ਔਖੇ ਹੋਣੇ ਸਨ। ਤਾਂ ਸਪਸ਼ਟ ਹੈ ਜੇਕਰ ਸਾਡਾ ਬੈੱਡ ਮਹਿਮਾਨਾਂ ਵਾਲੇ ਕਮਰੇ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ, ਉੱਥੇ ਹੀ ਅਸੀਂ ਭੋਜਨ ਪਕਾਵਾਂਗੇ, ਤਾਂ ਕੁਦਰਤੀ ਤੌਰ 'ਤੇ ਅਸੀਂ ਉੱਥੇ ਸਾਫ਼ ਸਫਾਈ ਨਹੀਂ ਰੱਖ ਸਕਾਂਗੇ। ਸਾਨੂੰ ਇਸ ਲਈ ਉਸ ਨੂੰ ਅਲੱਗ ਕਰਨਾ ਪਏਗਾ। ਇਸ ਲਈ ਹਰ ਇੱਕ ਕਮਰੇ ਦੀ ਵਰਤੋਂ ਅਤੇ ਆਪਣੀ ਸਹੂਲੀਅਤ ਦੇ ਆਧਾਰ 'ਤੇ ਅਸੀਂ ਉਸ ਵਿੱਚ ਰੱਖੇ ਜਾਣ ਵਾਲੇ ਸਮਾਨ ਨੂੰ ਅਲੱਗ-ਅਲੱਗ ਕਰ ਦਿੱਤਾ ਹੈ। ਇਸ ਨੂੰ ਹੀ ਵਰਗੀਕਰਨ ਕਿਹਾ ਜਾਂਦਾ ਹੈ। ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਜੇਕਰ ਸੌਦੇ ਲੈਣ ਜਾਂਦੇ ਹੋ ਤਾਂ ਕਰਿਆਨੇ ਦੀ ਦੁਕਾਨ ਵਿੱਚ ਇੱਕ ਹੀ ਕਿਸਮ ਦੇ ਪਦਾਰਥਾਂ ਨੂੰ ਅਲੱਗ ਖਾਨੇ ਵਿੱਚ ਰੱਖਿਆ ਜਾਂਦਾ ਹੈ। ਕਲਪਨਾ ਕਰੋ ਜੇਕਰ ਹੀ ਇੱਕ ਕਿਸਮ ਦੇ ਪਦਾਰਥਾਂ ਨੂੰ ਅਲੱਗ ਖਾਨੇ ਵਿੱਚ ਨਾ ਰੱਖਿਆ ਜਾਂਦਾ ਤਾਂ ਕੀ ਕੋਈ ਦੁਕਾਨਦਾਰ ਆਸਾਨੀ ਨਾਲ ਉਹਨਾਂ ਚੀਜ਼ਾਂ ਨੂੰ ਲੱਭ ਸਕਦਾ ਸੀ? ਨਹੀਂ। ਜਦੋਂ ਸਾਡੇ ਕੋਲ ਪਦਾਰਥਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਹਨਾਂ ਦੇ ਸਹੀ ਪ੍ਰਬੰਧ ਲਈ, ਉਹਨਾਂ ਦੇ ਠੀਕ ਢੰਗ ਨਾਲ ਰੱਖ ਰਖਾਓ ਦੇ ਲਈ ਸਾਨੂੰ ਉਹਨਾਂ ਨੂੰ ਵਿਵਸਥਿਤ ਕਰਨਾ ਪੈਂਦਾ ਹੈ। ਇਸ ਵਿਵਸਥਿਤ ਕਰਨ ਨੂੰ ਹੀ ਵਰਗੀਕਰਨ ਕਿਹਾ ਜਾਂਦਾ ਹੈ। ਹੁਣ ਇਸ ਵਰਗੀਕਰਨ ਦਾ ਲਾਭ ਕੀ ਹਨ? ਸੋ ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਸਭ ਤੋਂ ਪਹਿਲਾ ਲਾਭ ਤਾਂ ਇਹ ਹੈ ਕਿ ਸਾਡੇ ਸਾਰੇ ਕੰਮ ਆਸਾਨ ਹੋ ਜਾਂਦੇ ਹਨ। ਇਹਨਾਂ ਦਾ ਅਧਿਐਨ ਕਰਨਾ ਸੌਖਾ ਹੋ ਜਾਂਦਾ ਹੈ। 9ਵੀਂ ਜਮਾਤ ਵਿੱਚ ਵੀ ਅਸੀਂ ਜਦੋਂ ਸਜੀਵਾਂ ਦਾ ਵਰਗੀਕਰਨ ਪੜ੍ਹਿਆ ਸੀ ਤਾਂ ਅਸੀਂ ਦੇਖਿਆ ਸੀ ਕਿਸ ਪ੍ਰਕਾਰ ਅਸੀਂ ਇੱਕ ਸਮਾਨ ਗੁਣਾਂ ਵਾਲੇ, ਸਮਾਨ ਬਣਤਰ ਵਾਲੇ ਜੀਵਾਂ ਨੂੰ ਅਲੱਗ ਅਤੇ ਦੂਜੀ ਤਰ੍ਹਾਂ ਦੀ ਬਣਤਰ ਵਾਲੇ ਜੀਵਾਂ ਨੂੰ ਅਲੱਗ ਗਰੁੱਪ ਵਿੱਚ ਰੱਖਦੇ ਸੀ। ਸੋ ਇਸ ਪਾਠ ਵਿੱਚ ਵੀ ਅਸੀਂ ਜੋ ਜਿੰਨੇ ਵੀ ਸਾਡੇ ਕੋਲ ਤੱਤ ਹਨ, 116 ਤੱਤ ਹਨ, ਉਹਨਾਂ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦੇ ਲਈ, ਉਹਨਾਂ ਬਾਰੇ ਜਾਣਕਾਰੀ ਨੂੰ ਵਧੀਆ ਢੰਗ ਨਾਲ ਵਿਵਸਥਿਤ ਕਰਨ ਦੇ ਲਈ ਅਸੀਂ ਉਹਨਾਂ ਤੱਤਾਂ ਦਾ ਵਰਗੀਕਰਨ ਕਰਾਂਗੇ। ਸੋ ਹੁਣ ਇਸ ਅਧਿਆਇ ਨੂੰ ਸਮਝਣ ਲਈ ਪਿਆਰੇ ਵਿਦਿਆਰਥੀਓ, ਤੁਹਾਨੂੰ ਸਭ ਤੋਂ ਪਹਿਲਾਂ ਇਸ ਗੱਲ 'ਤੇ ਵਿਚਾਰ ਕਰਨਾ ਪਵੇਗਾ ਕਿ ਇਹ ਜੋ 116 ਤੱਤ ਸਾਨੂੰ ਪਤਾ ਹਨ ਕਿ ਅਸੀਂ ਜਦੋਂ ਇਹਨਾਂ ਦਾ ਵਰਗੀਕਰਨ ਸ਼ੁਰੂ ਕੀਤਾ ਇਹਨਾਂ ਤੱਤਾਂ ਦਾ, ਉਸ ਵੇਲੇ ਤੋਂ ਹੀ ਸਾਨੂੰ 116 ਤੱਤ ਪਤਾ ਸਨ? ਨਹੀਂ। ਜਦੋਂ ਵਿਗਿਆਨੀਆਂ ਨੇ ਤੱਤਾਂ ਨੂੰ ਵਰਗੀਕਰਨ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਉਸ ਸਮੇਂ ਤੱਕ ਸਾਡੇ ਕੋਲ ਇੰਨੇ 116 ਦੇ ਕਰੀਬ ਜੋ ਸਾਡੇ ਤੱਤ ਹਨ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੋ ਜਿਸ ਵੇਲੇ ਜੋ ਵਿਗਿਆਨੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੱਤਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਵਿੱਚ ਸਭ ਤੋਂ ਪਹਿਲਾਂ ਜੋ ਡਾਵਰਨੀਅਰ ਜੋ ਵਿਗਿਆਨੀ ਹੈ ਉਸਨੇ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਤੱਕ ਕੁੱਲ 56 ਤੱਤ ਜਿਹੜੇ ਹੈ ਉਹ ਉਹਨਾਂ ਦਾ ਗਿਆਨ ਸੀ। ਸੋ ਕੁਦਰਤੀ ਗੱਲ ਹੈ ਕਿ ਕੁਝ ਤੱਤ ਜੋ ਅੱਜ ਅਸੀਂ ਜਾਣਦੇ ਹਾਂ ਉਸ ਵੇਲੇ ਨਹੀਂ ਸਨ। ਫਿਰ ਉਸ ਤੋਂ ਬਾਅਦ ਜਦੋਂ ਮੈਂਡਲੀਵ ਨੇ ਤੱਤਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਤੱਕ ਤੱਤਾਂ ਜਿਨ੍ਹਾਂ ਤੱਤਾਂ ਦੀ ਸਾਨੂੰ ਜਾਣਕਾਰੀ ਸੀ ਉਹਨਾਂ ਦੀ ਗਿਣਤੀ ਲਗਭਗ 63 ਦੇ ਲਗਭਗ ਹੋ ਗਈ ਸੀ। ਤਾਂ ਹੌਲੀ ਹੌਲੀ ਜਦੋਂ ਤੱਤਾਂ
ਦੀ ਖੋਜ ਹੁੰਦੀ ਗਈ ਤਾਂ ਸਾਡੇ ਕੋਲ ਤੱਤਾਂ ਦੀ ਗਿਣਤੀ ਜੋ ਹੈ ਉਹ ਵੱਧਦੀ ਗਈ, ਜੋ ਕਿ ਹੌਲੀ ਹੌਲੀ ਵੱਧਦੇ ਵੱਧਦੇ ਅੱਜ 116 ਦੇ ਕਰੀਬ ਹੋ ਗਈ ਹੈ ਅਤੇ ਉਮੀਦ ਹੈ ਕਿ ਇਹ ਜਿਹੜੀ ਗਿਣਤੀ ਹੈ 120 125 ਦੇ ਲਗਭਗ ਜਾ ਸਕਦੀ ਹੈ। ਡਾਵਰਨੀਅਰ, ਨਿਊਲੈਂਡ, ਮੈਂਡਲੀਵ ਆਦि ਸਾਰੇ ਵਿਗਿਆਨੀਆਂ ਨੇ ਇਸ ਸੰਬੰਧ ਵਿੱਚ ਜੋ ਮੌਜੂਦਾ ਜਾਣਕਾਰੀਆਂ ਉਹਨਾਂ ਨੂੰ ਪਤਾ ਸਨ ਉਹਨਾਂ ਦੀ ਵਰਤੋਂ ਕਰਦੇ ਹੋਏ ਉਸ ਦੇ ਆਧਾਰ 'ਤੇ ਉਹਨਾਂ ਨੇ ਪ੍ਰਯੋਗ ਕੀਤੇ ਅਤੇ ਤੱਤਾਂ ਨੂੰ ਉਹਨਾਂ ਦੇ ਗੁਣਾਂ ਦੇ ਆਧਾਰ 'ਤੇ ਵਰਗੀਕ੍ਰਿਤ ਕੀਤਾ। ਸੋ ਸੁਭਾਵਿਕ ਤੌਰ 'ਤੇ ਉਹਨਾਂ ਨੇ ਜੋ ਸਾਰਨੀਆਂ ਸਾਡੇ ਸਾਹਮਣੇ ਪੇਸ਼ ਕੀਤੀਆਂ ਉਹਨਾਂ ਵਿੱਚ ਕੁਝ ਨਾ ਕੁਝ ਅੰਤਰ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਜਦੋਂ ਇਸ ਪਾਠ ਨੂੰ ਪੜ੍ਹੋਗੇ ਤਾਂ ਆਪਣੇ ਮਨ ਵਿੱਚ ਇਸ ਪ੍ਰਕਾਰ ਦੀ ਉਲਝਣ ਤੋਂ ਬਚਣ ਲਈ ਇਸ ਗੱਲ ਦਾ ਧਿਆਨ ਰੱਖਣਾ ਹੈ ਭਈ ਜਦੋਂ ਅੱਜ ਤੋਂ 200 ਸਾਲ ਪਹਿਲਾਂ ਕਿਸੇ ਵਿਗਿਆਨੀ ਨੇ ਘੱਟ ਸਾਧਨਾ ਦੇ ਹੋਣ ਦੇ ਬਾਵਜੂਦ ਵੀ ਆਪਣੇ ਪ੍ਰਯੋਗਾਂ ਸਦਕਾ ਜੋ ਤੱਤਾਂ ਨੂੰ ਵਰਗੀਕ੍ਰਿਤ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਹਨ, ਜੋ ਢੰਗ ਉਹਨਾਂ ਨੇ ਦਿੱਤੇ ਹਨ ਉਹਨਾਂ ਵਿੱਚ ਕੁਝ ਨਾ ਕੁਝ ਅੰਤਰ ਹੋਵੇਗਾ। ਮੌਜੂਦਾ ਸਮੇਂ ਵਿੱਚ ਅਸੀਂ ਆਧੁਨਿਕ ਆਵਰਤੀ ਸਾਰਣੀ ਜੋ ਪ੍ਰਯੋਗ ਕਰਦੇ ਹਾਂ ਤੱਤਾਂ ਦੇ ਵਰਗੀਕਰਨ ਲਈ, ਪਰੰਤੂ ਇਸ ਆਵਰਤੀ ਸਾਰਣੀ ਤੱਕ ਪੁੱਜਣ ਲਈ ਵਿਗਿਆਨੀਆਂ ਨੂੰ ਬਹੁਤ ਹੀ ਲੰਬੀ ਜੋ ਸੰਘਰਸ਼ ਹੈ ਔਰ ਮਿਹਨਤ ਕਰਨੀ ਪਈ ਹੈ ਤਾਂ ਜਾ ਕੇ ਅਸੀਂ ਅੱਜ ਦੀ ਜੋ ਆਧੁਨਿਕ ਆਵਰਤੀ ਸਾਰਣੀ ਹੈ ਉਸ ਤੱਕ ਪਹੁੰਚੇ ਹਾਂ। ਇਸ ਲਈ ਤੱਤਾਂ ਦੀ ਆਵਰਤੀ ਸਾਰਣੀ ਨੂੰ ਪੂਰਨ ਰੂਪ ਵਿੱਚ ਸਮਝਣ ਲਈ ਇਸ ਦਾ ਇਤਿਹਾਸ ਭਾਵ ਵੀ ਕਿਹੜੇ ਵਿਗਿਆਨੀਆਂ ਨੇ ਕਿਹੜੀਆਂ ਥਿਊਰੀਆਂ ਦਿੱਤੀਆਂ, ਕਿਹੜੇ ਸਿਧਾਂਤ ਦਿੱਤੇ, ਉਹਨਾਂ ਬਾਰੇ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਆਓ ਹੁਣ ਅਸੀਂ ਵਾਰੀ ਵੱਖਰੇ ਵਿਗਿਆਨੀਆਂ ਵੱਲੋਂ ਤੱਤਾਂ ਦੇ ਵਰਗੀਕਰਨ ਸੰਬੰਧੀ ਦਿੱਤੇ ਵੱਖ-ਵੱਖ ਵਿਚਾਰ ਅਤੇ ਸਿਧਾਂਤਾਂ ਨੂੰ ਪੜ੍ਹਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਸੰਨ 1817 ਵਿੱਚ ਡਾਵਰਨੀਅਰ ਨਾਂ ਦੇ ਇੱਕ ਵਿਗਿਆਨੀ ਨੇ ਇੱਕ ਸਿਧਾਂਤ ਦਿੱਤਾ ਹੈ ਜਿਸ ਵਿੱਚ ਉਸ ਨੇ ਤੱਤਾਂ ਨੂੰ 3 ਤੱਤਾਂ ਨੂੰ ਇੱਕ ਗਰੁੱਪ ਵਿੱਚ ਲੈ ਕੇ ਉਹਨਾਂ ਨੂੰ ਉਹਨਾਂ ਦੇ ਪੁੰਜਾਂ ਦੇ ਚੜ੍ਹਦੇ ਕ੍ਰਮ ਅਨੁਸਾਰ ਰੱਖ ਲਿਆ ਅਤੇ ਇਹ ਜੋ 3 ਤੱਤਾਂ ਦਾ ਗਰੁੱਪ ਬਣਿਆ ਉਸਨੇ ਇਸ ਨੂੰ ਤਿੱਕੜੀ ਕਿਹਾ ਇਸ ਨੂੰ, ਔਰ ਉਸਨੇ ਇਹ ਸਿਧਾਂਤ ਦਿੱਤਾ ਕਿ ਜਦੋਂ ਅਸੀਂ ਕਿਸੇ ਤੱਤ ਨੂੰ ਵੱਧਦੇ ਕ੍ਰਮ ਅਨੁਸਾਰ ਪੁੰਜਾਂ ਦੇ ਵੱਧਦੇ ਕ੍ਰਮ ਅਨੁਸਾਰ ਲਿਖਦੇ ਹਾਂ ਤਾਂ ਜੋ ਇਸ ਤਿੱਕੜੀ ਦੇ ਵਿੱਚ ਪਹਿਲਾ ਔਰ ਤੀਜਾ ਜੋ ਤੱਤ ਹੈ ਉਹਨਾਂ ਦੇ ਪਰਮਾਣੂ ਪੁੰਜ ਦਾ ਜੇਕਰ ਅਸੀਂ ਮੱਧਮਾਨ ਕੱਢ ਲੈਂਦੇ ਹਾਂ ਤਾਂ ਉਹ ਵਿਚਕਾਰਲੇ ਤੱਤ ਦੇ ਪਰਮਾਣੂ ਪੁੰਜ ਦੇ ਬਰਾਬਰ ਹੋਵੇਗਾ। ਸੋ ਜਿਵੇਂ ਕਿ ਉਦਾਹਰਨ ਵਜੋਂ ਉਸਨੇ ਲਿਥੀਅਮ, ਸੋਡੀਅਮ ਅਤੇ ਪੋਟਾਸ਼ੀਅਮ ਦੀ ਤਿੱਕੜੀ ਲਈ। ਇਸੇ ਪ੍ਰਕਾਰ ਸਾਰਣੀ 5.1 ਵਿੱਚ ਵੀ ਉਸਨੇ ਸੋਡੀਅਮ, ਪੋਟਾਸ਼ੀਅਮ ਅਤੇ ਆਰਸੈਨਿਕ ਦੇ 3 ਤੱਤ ਲਏ ਹਨ, ਇਹਨਾਂ ਦੀ ਤਿੱਕੜੀ ਬਣਾਈ ਹੈ। ਅਤੇ ਉਸਨੇ ਇੱਕ ਹੋਰ ਗਰੁੱਪ ਜੋ ਲਿਆ ਹੈ ਕੈਲਸ਼ੀਅਮ, ਸਟਰਾਂਸ਼ੀਅਮ ਅਤੇ ਬੇਰੀਅਮ ਦਾ। ਇਸੇ ਤਰ੍ਹਾਂ ਕਲੋਰੀਨ, ਬਰੋਮੀਨ ਅਤੇ ਆਇਓਡੀਨ ਨਾਂ ਦੇ ਗਰੁੱਪ ਲੈ ਕੇ ਉਸਨੇ ਇਸ ਆਪਣੇ ਸਿਧਾਂਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਇਸ ਸਿਧਾਂਤ ਨੂੰ ਸਮਝਦੇ ਹਾਂ ਇਹ ਕੀ ਕਹਿੰਦਾ ਹੈ। ਆਓ ਇਸ ਸਿਧਾਂਤ ਨੂੰ ਸਮਝਣ ਲਈ ਅਸੀਂ ਲਿਥੀਅਮ, ਸੋਡੀਅਮ ਅਤੇ ਪੋਟਾਸ਼ੀਅਮ ਦੀ ਉਦਾਹਰਨ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲਿਥੀਅਮ ਅਤੇ ਪੋਟਾਸ਼ੀਅਮ ਦਾ ਮੱਧਮਾਨ ਪੁੰਜ ਉਹ ਅਸੀਂ ਲੱਭਾਂਗੇ।
ਸੋ लिथियम का परमाणु पुंज है वो 6.9 यूनिट है। इसी तरह पोटाशियम का परमाणु पुंज वो 39 यूनिट है। इन्हां दा मध्यमान कढ़ण लई असी इन्हां दोनों नूं जोड़ के उस नूं 2 नाल भाग करांगे। ये गणित विच असी फार्मूला मध्यमान का सीखिया है, उही फार्मूला है। सो जिन्हां अंकां दा मध्यमान कढ़ना होवे उन्हां नूं जोड़ के 2 नाल भाग कीती जांदी है। सो इन्हां दा जो मध्यमान है वो 22.9 यूनिट जिहड़ा है वो आ जाएगा। जदों के जो सोडियम है, सोडियम का जो परमाणु पुंज है वो जेकर असी अपनी बुक दे विच देखांगे तो वो 23 यूनिट हुंदा है। तो इसलिए साडे दोनों तिकड़ी दे पहले और अंतिम परमाणु दे परमाणु पुंजां दा मध्यमान जो है वो 22.9 सी अते उस दे विचकारले तिकड़ी दे विचकारले तत्त दा परमाणु पुंज 23 सी, जो कि लगभग बराबर है। सो इस प्रकार उसने इस ये तिकड़ी लभी जो कि उस दे फार्मूले अनुसार बिल्कुल ठीक बहंदी सी। एक होर उदाहरण लेंदे हाँ क्लोरीन, ब्रोमीन अते आयोडीन दी। इस विच भी असी पहला वांग ही क्लोरीन अते आयोडीन दे परमाणु पुंजां दा मध्यमान पता करांगे। तो क्लोरीन दा जो परमाणु पुंज है वो है 35.5 यूनिट। आयोडीन का जो परमाणु पुंज है वो 126.9 यूनिट है। तो मध्यमान कढ़ने लई उही पहला वाला फार्मूला, इन्हां दोनों के पुंजां नूं जोड़ के 2 नाल भाग करांगे। इस दा 35.5 विच 126.9 नूं जोड़ के उसनूं 2 नाल भाग करन ते साडे कोल जो जोड़ आया है वो आया है 162.4। तो इस नूं 2 नाल जदों असीं भाग करते हाँ तो साडे कोल उत्तर आउंदा है 81.2। सो इस तिकड़ी दे जो विचकारला परमाणु जो ब्रोमीन है उसका परमाणु पुंज वो देखते हाँ वो है 79.9 यूनिट। तो जो कि 81.2 दे बिल्कुल नाल मिलता जुलता है। प्यारे विद्यार्थियों, भावें कि डावरनियर उस वेले दे मौजूद तत्तां विचों सिर्फ 3 तिकड़ियां ही बना सकिया सी, परंतु ये बहुत खूबसूरत शुरुआत सी उन्हां तत्तां नूं वर्गीकृत करन दी। सो हालांकि वो उसका जो ये वर्गीकरण का ढंग सी वो अपने आप विच बहुत ज़्यादा लाहेबंद तां सिद्ध नहीं होया, परंतु शुरुआत एक सिद्धांत देण कारण एक शुरुआत उसके द्वारा जो की गई है उसने ही अगे आके सानू जो बखरे बखरे सिद्धांत देण लई प्रेरित किया और उन्हां दा आधार बनिया। सो प्यारे विद्यार्थी, उस तो बाद आओ देखते हैं न्यूलैंड का अष्टक का सिद्धांत। सो जिवें मैं तुहानूं पहलां दस्सिया है
ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ, 1817 ਦੇ ਵਿੱਚ ਜੋ ਡਾਵਰਨੀਅਰ ਹੈ ਉਸਨੇ ਆਪਣੇ ਸਿਧਾਂਤ ਦਿੱਤੇ ਸਨ। ਉਸ ਤੋਂ ਬਾਅਦ ਜੋ ਨਿਊਲੈਂਡ ਨਾਂ ਦਾ ਇੱਕ ਵਿਗਿਆਨੀ ਸੀ, ਉਸਨੇ 1866 ਵਿੱਚ ਜੋ ਆਪਣੇ ਢੰਗ ਨਾਲ ਇੱਕ ਸਿਧਾਂਤ ਦਿੱਤਾ ਜਿਸ ਨੂੰ ਨਿਊਲੈਂਡ ਦੇ ਅਸ਼ਟਕ ਦਾ ਸਿਧਾਂਤ ਕਿਹਾ ਜਾਂਦਾ ਹੈ। ਇਸ ਅਨੁਸਾਰ ਉਸਨੇ ਇਹ ਦੱਸਿਆ ਕਿ ਜਦੋਂ ਅਸੀਂ ਪਰਮਾਣੂਆਂ ਨੂੰ ਉਹਨਾਂ ਦੇ ਵੱਧਦੇ ਪੁੰਜ ਦੇ ਅਨੁਸਾਰ ਲਿਖਦੇ ਹਾਂ ਤਾਂ ਹਰ 8ਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਵਰਗੇ ਮੀਨਸ ਉਹਨਾਂ ਨਾਲ ਰਲਦੇ ਮਿਲਦੇ ਹੁੰਦੇ ਹਨ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਅਸੀਂ ਆਪਣੇ ਸੰਗੀਤ ਦੇ ਵਿੱਚ ਜੋ ਸੁਰ ਹਨ ਸਾ ਰੇ ਗਾ ਮਾ ਪਾ ਧਾ ਨੀ ਸਾ ਤੋਂ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਜੋ 7 ਸੁਰਾਂ ਤੋਂ ਬਾਅਦ ਜੋ 8ਵਾਂ ਸੁਰ ਆਉਂਦਾ ਹੈ ਉਹ ਮੁੜ ਪਹਿਲਾਂ ਸਾ 'ਤੇ ਹੀ ਆ ਜਾਂਦਾ ਹੈ। ਸਾ ਤੋਂ ਸ਼ੁਰੂ ਕਰਦੇ ਹਾਂ ਅਤੇ ਸਾ 'ਤੇ ਹੀ ਦੁਬਾਰਾ ਅਸੀਂ ਅਗਲਾ ਜੋ ਸਪਤਕ ਹੈ ਉਸ ਨੂੰ ਸ਼ੁਰੂ ਕਰਦੇ ਹਾਂ। ਇਸੇ ਪ੍ਰਕਾਰ ਜੋ ਨਿਊਲੈਂਡ ਨੇ ਜੋ ਆਪਣਾ ਸਿਧਾਂਤ ਦਿੱਤਾ ਹੈ ਉਸਨੇ ਦੱਸਿਆ ਕਿ ਜੇਕਰ ਅਸੀਂ ਆਪਣੇ ਤੱਤਾਂ ਨੂੰ ਵੱਧਦੇ ਪਰਮਾਣੂ ਪੁੰਜ ਦੇ ਕ੍ਰਮ ਵਿੱਚ ਲਿਖਦੇ ਹਾਂ ਤਾਂ ਹਰ ਜੋ 8ਵਾਂ ਤੱਤ ਹੈ ਉਸ ਦੇ ਗੁਣ ਪਹਿਲੇ ਤੱਤ ਦੇ ਨਾਲ ਮਿਲਦੇ ਹੋਣਗੇ। ਇਸ ਸਿਧਾਂਤ ਨੂੰ ਨਿਊਲੈਂਡ ਦਾ ਅਸ਼ਟਕ ਦਾ ਸਿਧਾਂਤ ਕਿਹਾ ਜਾਂਦਾ ਹੈ। ਵਿਦਿਆਰਥੀਓ, ਜਿਵੇਂ ਕਿ ਅਸੀਂ ਪਹਿਲਾਂ ਹੀ ਇਹ ਚਰਚਾ ਕਰ ਚੁੱਕੇ ਹਾਂ ਕਿ ਜੋ ਤੱਤ ਹਨ ਉਹ ਬਹੁਤ ਲੰਬੇ ਸਮੇਂ ਦੇ ਵਿੱਚ ਉਹਨਾਂ ਦੀ ਖੋਜ ਹੋਈ ਹੈ। ਸੋ ਜਦੋਂ ਨਿਊਲੈਂਡ ਨੇ ਆਪਣਾ ਇਹ ਅਸ਼ਟਕ ਦਾ ਸਿਧਾਂਤ ਦਿੱਤਾ ਸੀ ਉਸ ਵੇਲੇ ਤੱਕ ਕੇਵਲ 56 ਤੱਤ ਹੀ ਪਤਾ ਸਨ, ਪਰੰਤੂ ਜਿਵੇਂ ਜਿਵੇਂ ਹੋਰ ਨਵੇਂ ਤੱਤਾਂ ਦੀ ਖੋਜ ਹੁੰਦੀ ਗਈ ਤਾਂ ਉਸ ਨੂੰ ਇਹਨਾਂ ਤੱਤਾਂ ਨੂੰ ਸ਼ਾਮਲ ਕਰਨ ਦੇ ਲਈ ਕੋਈ ਢੰਗ ਜਾਂ ਕੋਈ ਹੋਰ ਵਧੀਆ ਕੋਈ ਸਿਧਾਂਤ ਜੋ ਨਿਊਲੈਂਡ ਹੈ ਉਹ ਪੇਸ਼ ਨਹੀਂ ਕਰ ਸਕਿਆ। ਭਾਵ ਕਿ ਜੋ ਨਿਊਲੈਂਡ ਨੇ ਇਹ ਸਿਧਾਂਤ ਦਿੱਤਾ ਸੀ ਉਸ ਦੇ ਵਿੱਚ ਕੁਝ ਕਮੀਆਂ ਸਨ। ਇਸ ਤੋਂ ਇਲਾਵਾ ਜੋ ਨਿਊਲੈਂਡ ਦਾ ਅਸ਼ਟਕ ਦਾ ਸਿਧਾਂਤ ਹੈ ਉਹ ਕੇਵਲ ਹਲਕੇ ਤੱਤਾਂ ਲਈ ਹੀ ਠੀਕ ਸੀ। ਸੋ ਇਹ ਕੁਝ ਕਮੀਆਂ ਸਨ ਨਿਊਲੈਂਡ ਦੇ ਜੋ ਅਸ਼ਟਕ ਦਾ ਸਿਧਾਂਤ ਹੈ ਉਸ ਵਿੱਚ। ਅਤੇ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਅਤੇ ਹੋਰ ਬਹੁਤ ਸਾਰੇ ਵਿਗਿਆਨੀਆਂ ਨੇ ਨਵੇਂ ਤੱਤਾਂ ਦੀ ਖੋਜ ਕੀਤੀ ਅਤੇ ਨਵੇਂ ਤੱਤਾਂ ਦੀ ਖੋਜ ਕਰਨ ਨਾਲ ਨਵੇਂ ਸਿਧਾਂਤ ਆਉਣ ਨਾਲ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰਨ ਆਦਿ ਦੀ ਖੋਜ ਹਲੇ ਤੱਕ ਨਹੀਂ ਹੋਈ ਸੀ। ਫਿਰ ਵੀ ਵਿਗਿਆਨੀਆਂ ਨੇ ਇਸ ਤੱਤਾਂ ਨੂੰ ਵਰਗੀਕ੍ਰਿਤ ਕਰਨ ਦਾ ਜੋ ਕੋਸ਼ਿਸ਼ ਹੈ ਉਸ ਨੂੰ ਜਾਰੀ ਰੱਖਿਆ ਅਤੇ ਲਗਾਤਾਰ ਇਹਨਾਂ ਤੱਤਾਂ ਨੂੰ ਵਰਗੀਕ੍ਰਿਤ ਕਰਨ ਲਈ ਕੋਸ਼ਿਸ਼ ਕਰਦੇ ਰਹੇ। ਵਿਦਿਆਰਥੀਓ, ਇਸ ਤੋਂ ਬਾਅਦ ਇੱਕ ਹੋਰ ਵਿਗਿਆਨੀ ਜੋ ਮੈਂਡਲੀਫ ਸੀ ਉਸਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤਾਂ ਬਹੁਤ ਹੀ ਜੋ ਮੁੱਢਲਾ ਸਿਧਾਂਤ ਉਸਨੇ ਤੱਤਾਂ ਦੇ ਵਰਗੀਕਰਨ ਦਾ ਦਿੱਤਾ। ਸੋ ਬਹੁਤ ਪਹਿਲੇ ਜੋ ਵਿਗਿਆਨੀ ਸਨ ਉਹਨਾਂ ਨਾਲੋਂ ਉਸਨੇ ਜੋ ਵਧੀਆ ਢੰਗ ਦੇ ਨਾਲ ਉਸ ਨੂੰ ਤੱਤਾਂ ਦੇ ਵਰਗੀਕਰਨ ਦਾ ਸਿਧਾਂਤ ਪੇਸ਼ ਕੀਤਾ। ਇਸ ਸਿਧਾਂਤ ਵਿੱਚ ਉਸਨੇ ਤੱਤਾਂ ਦੇ ਪਰਮਾਣੂ ਪੁੰਜ ਅਤੇ ਉਹਨਾਂ ਤੱਤਾਂ ਦੇ ਰਸਾਇਣਿਕ ਗੁਣਾਂ ਨੂੰ ਆਧਾਰ ਬਣਾ ਕੇ ਉਹਨਾਂ ਦਾ ਵਰਗੀਕਰਨ ਕੀਤਾ ਸੀ। ਜਦੋਂ ਮੈਂਡਲੀਵ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਤੱਕ ਲਗਭਗ 63 ਤੱਤਾਂ ਦੀ ਜੋ ਜਾਣਕਾਰੀ ਹੈ ਉਹ ਸਾਨੂੰ ਹੋ ਚੁੱਕੀ ਸੀ ਅਤੇ ਉਸਨੇ ਇਹਨਾਂ ਤੱਤਾਂ ਦੇ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਅਤੇ ਇਹਨਾਂ ਦੇ ਪਰਮਾਣੂ ਪੁੰਜਾਂ ਦੇ ਆਧਾਰ 'ਤੇ ਜੋ ਸਿਧਾਂਤ ਪੇਸ਼ ਕੀਤਾ ਹੈ। ਔਰ ਮੈਂਡਲੀਵ ਦਾ ਜੋ ਆਵਰਤੀ ਸਾਰਣੀ ਜੋ ਉਸਨੇ ਬਣਾਈ ਹੈ ਉਸ ਦਾ ਮੁੱਖ ਸਿਧਾਂਤ ਇਹ ਹੈ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਹੁੰਦੇ ਹਨ। ਭਾਵ ਕਿ ਜਿਹੜੇ ਤੱਤਾਂ ਦੇ ਜੋ ਗੁਣ ਹਨ
ਉਹ ਉਹਨਾਂ ਦੇ ਪੁੰਜ ਦੇ ਉੱਪਰ ਨਿਰਭਰ ਕਰਦੇ ਹਨ, ਉਹਨਾਂ ਦੇ ਫੰਕਸ਼ਨ ਹਨ। ਸੋ ਜੇਕਰ ਸਾਨੂੰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਮੈਂਡਲੀਵ ਦੀ ਆਵਰਤੀ ਸਾਰਣੀ ਦਾ ਜੋ ਸਿਧਾਂਤ ਹੈ ਉਹ ਕੀ ਹੈ, ਤਾਂ ਅਸੀਂ ਇਹ ਕਹਾਂਗੇ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਹੁੰਦੇ ਹਨ। ਸੋ ਮੈਂਡਲੀਵ ਨੇ ਸਾਰੇ ਤੱਤਾਂ ਦਾ ਵਰਗੀਕਰਨ ਕਰਨ ਦੇ ਲਈ ਉਸ ਨੂੰ ਇੱਕ ਟੇਬਲ ਬਣਾ ਕੇ, ਭਾਵ ਉਸ ਦੇ ਵਿੱਚ ਲੰਬੀ ਦਾ ਅਤੇ ਖੜਵੀਂ ਦਾ ਦੇ ਜੋ ਖਾਨੇ ਹਨ ਉਹ ਬਣਾ ਕੇ ਉਹਨਾਂ ਨੂੰ ਵੱਖ-ਵੱਖ ਜੋ ਗਰੁੱਪ ਹਨ ਉਹ ਬਣਾਏ ਹਨ। ਸੋ ਮੈਂਡਲੀਵ ਨੇ ਜੋ ਆਵਰਤੀ ਸਾਰਣੀ ਬਣਾਈ ਹੈ ਉਸ ਦੇ ਵਿੱਚ ਜੋ ਖੜਵੀਂ ਦਾ ਦੇ ਜੋ ਖਾਨੇ ਹਨ ਉੱਪਰ ਤੋਂ ਥੱਲੇ ਨੂੰ, ਉਸਨੇ ਇਸ ਨੂੰ ਗਰੁੱਪ, ਅਤੇ ਜੋ ਲੰਬੀ ਦਾ ਨੂੰ ਲੇਟਵੀਂ ਦਾ ਦੇ ਵਿੱਚ ਜਿਹੜੀ ਲੰਬੀ ਇੱਕ ਕਤਾਰ ਬਣਦੀ ਹੈ ਉਸਨੇ ਪੀਰੀਅਡ ਦਾ ਨਾਮ ਦਿੱਤਾ। ਸੋ ਜਿਵੇਂ ਕਿ ਸਾਰਣੀ 5.4 ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਉਸਨੇ ਜੋ ਮੌਜੂਦ ਤੱਤ ਸਨ ਉਸ ਨੂੰ ਇਸ ਪ੍ਰਕਾਰ ਇੱਕ ਟੇਬਲ ਬਣਾ ਕੇ ਉਸਨੇ ਉਸ ਨੂੰ ਵਰਗੀਕ੍ਰਿਤ ਕਰ ਦਿੱਤਾ ਹੈ। ਸੋ ਮੈਂਡਲੀਵ ਨੇ ਇਸ ਪ੍ਰਕਾਰ ਜੋ ਆਪਣੀ ਤੱਤਾਂ ਦਾ ਵਰਗੀਕਰਨ ਕਰਨ ਦੀ ਸਾਰਣੀ ਬਣਾਈ ਹੈ, ਜਿਸ ਵਿੱਚ ਉਸਨੇ ਸਾਰੇ ਹੀ ਤੱਤਾਂ ਨੂੰ ਗਰੁੱਪਾਂ ਅਤੇ ਪੀਰੀਅਡ ਵਿੱਚ ਵੰਡਿਆ ਸੀ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਅਸੀਂ ਪਹਿਲਾਂ ਹੀ ਪੜ੍ਹਿਆ ਹੈ ਕਿ ਵੱਖਰੇ ਵੱਖਰੇ ਵਿਗਿਆਨੀਆਂ ਵੱਲੋਂ ਤੱਤਾਂ ਨੂੰ ਵਰਗੀਕ੍ਰਿਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰੰਤੂ ਸਮੇਂ ਦੇ ਨਾਲ ਨਾਲ ਹੋਰ ਖੋਜਾਂ ਅਤੇ ਹੋਰ ਤੱਤਾਂ ਦੀ ਖੋਜ ਹੋਣ ਨਾਲ ਇਹਨਾਂ ਵਿੱਚ ਕੁਝ ਨਾ ਕੁਝ ਕਮੀਆਂ ਜੋ ਹੈ ਉਹ ਰਹਿ ਗਈਆਂ ਸਨ। ਇਸੇ ਪ੍ਰਕਾਰ ਜੋ ਮੈਂਡਲੀਵ ਨੇ ਜੋ ਆਵਰਤੀ ਸਾਰਣੀ ਦਿੱਤੀ ਹੈ ਉਸ ਦੇ ਵਿੱਚ ਵੀ ਕੁਝ ਕਮੀਆਂ ਸਨ। ਇਹ ਪ੍ਰਸ਼ਨ ਆਮ ਤੌਰ 'ਤੇ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਜੋ ਮੈਂਡਲੀਵ ਦੀ ਆਵਰਤੀ ਸਾਰਣੀ ਦੀਆਂ ਜੋ ਕਮੀਆਂ ਹਨ ਉਹ ਦੱਸੋ, ਹੈ ਨਾ। ਸੋ ਇਹ ਲੇਕਿਨ ਜਿਵੇਂ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਕਿ ਜੋ ਵੀ ਵਿਗਿਆਨੀਆਂ ਨੇ ਜੋ ਵੀ ਇਹਨਾਂ ਤੱਤਾਂ ਨੂੰ ਵਰਗੀਕਰਨ ਕਰਨ ਦੇ ਲਈ ਜੋ ਸਿਧਾਂਤ ਔਰ ਅਧਿਐਨ ਉਹਨਾਂ ਨੇ ਕੀਤਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਵਿਗਿਆਨੀਆਂ ਲਈ ਬਹੁਤ ਲਾਹੇਵੰਦ ਜੋ ਉਹ ਸਾਬਤ ਹੋਇਆ ਹੈ, ਅਤੇ ਉਹਨਾਂ ਦੀਆਂ ਇਸ ਕੋਸ਼ਿਸ਼ਾਂ ਸਦਕਾ ਹੀ ਅੱਜ ਅਸੀਂ ਤੱਤਾਂ ਨੂੰ ਉਹਨਾਂ ਦੇ ਜੋ ਅੱਜ ਦਾ ਆਧੁਨਿਕ ਰੂਪ ਹੈ ਉਹਨਾਂ ਨੂੰ ਵਰਗੀਕ੍ਰਿਤ ਕਰਨ ਦਾ ਉੱਥੇ ਤੱਕ ਪਹੁੰਚੇ ਹਾਂ। ਸੋ ਮੈਂਡਲੀਵ ਦੀਆਂ ਆਵਰਤੀ ਸਾਰਣੀਆਂ ਭਾਵੇਂ ਕਿ ਉਸ ਵਿੱਚ ਬਹੁਤ ਸਾਰੀਆਂ ਕਮੀਆਂ ਸਨ, ਪਰੰਤੂ ਫਿਰ ਵੀ ਉਸ ਆਵਰਤੀ ਸਾਰਣੀ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਸਨ। ਉਹ ਕਿਹੜੀਆਂ ਉਸ ਦੀਆਂ ਪ੍ਰਾਪਤੀਆਂ ਸਨ, ਆਓ ਆਪਾਂ ਉਸ ਦੀਆਂ ਇਹਨਾਂ ਪ੍ਰਾਪਤੀਆਂ ਦੀ ਚਰਚਾ ਕਰਦੇ ਹਾਂ। ਸੋ ਜਦੋਂ ਮੈਂਡਲੀਵ ਨੇ ਆਪਣੀ ਆਵਰਤੀ ਸਾਰਣੀ ਬਣਾਈ ਤਾਂ ਉਸ ਵਿੱਚ ਉਸਨੇ ਕੁਝ ਕੁ ਖਾਲੀ ਥਾਵਾਂ ਜੋ ਉਸ ਵੇਲੇ ਮੌਜੂਦ ਤੱਤਾਂ ਦੇ ਅਨੁਸਾਰ ਖਾਲੀ ਰਹਿ ਗਈਆਂ ਸਨ, ਉਸਨੇ ਇਸ ਨੂੰ ਇੱਕ ਦੋਸ਼ ਵਜੋਂ ਲੈਣ ਦੀ ਬਜਾਏ ਇਸ ਨੂੰ ਇੱਕ ਆਉਣ ਵਾਲੇ ਦੂਜੇ ਹੋਰ ਤੱਤਾਂ ਦੀ ਖੋਜ ਦੇ ਰੂਪ ਦੇ ਵਿੱਚ ਦੇਖਿਆ ਉਹਨੇ। ਭਾਵ ਉਸਨੇ ਇਹ ਪਹਿਲਾਂ ਹੀ ਅਨੁਮਾਨ ਲਗਾ ਲਿਆ ਵੀ ਜੇਕਰ ਇਹ ਤੱਤ ਇਸ ਜਗ੍ਹਾ ਦੇ ਉੱਪਰ ਕੋਈ ਹੋਰ ਦੂਜਾ ਤੱਤ ਫਿੱਟ ਨਹੀਂ ਬਹਿੰਦਾ ਹੈ ਤਾਂ ਇਸ ਦੀ ਜਗ੍ਹਾ ਕੋਈ ਜ਼ਰੂਰ ਦੂਜਾ ਤੱਤ ਹੋਵੇਗਾ ਜੋ ਇਸ ਖਾਸ ਜਗ੍ਹਾ ਦੇ ਉੱਪਰ ਆਵੇਗਾ, ਅਤੇ ਉਸ ਦਾ ਅਨੁਮਾਨ ਪਹਿਲਾਂ ਹੀ ਉਹਨਾਂ ਤੱਤਾਂ ਬਾਰੇ ਇਸ ਆਵਰਤੀ ਸਾਰਣੀ ਤੋਂ ਅਸੀਂ ਲਗਾਉਣ ਦੇ ਕਾਬਲ ਹੋ ਗਏ ਹਾਂ। ਸੋ ਤੁਸੀਂ ਇਹ ਜੋ ਸਾਰਣੀ ਹੈ ਇਸ ਨੂੰ ਪੜ੍ਹ ਲੈਣਾ ਹੈ। ਪੜ੍ਹਨ ਤੋਂ ਬਾਅਦ
ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇ ਕਿਹੜੇ ਕਿਹੜੇ ਤੱਤਾਂ ਦੀ ਜੋ ਉਸਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਔਰ ਇਹ ਅਨੁਮਾਨ ਲਗਾ ਲਿਆ ਕਿ ਇਹ ਤੱਤ ਸਾਡੀ ਧਰਤੀ ਉੱਪਰ ਮੌਜੂਦ ਹੋਣਗੇ।